बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद अल्लाह ताला ते हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़-ओ-ईमान दे विच रखे। अज दे वीलॉग दे विच मैं तुहानूं एक इंतहाई अफसोसनाक वाकिया जिहड़ा स्वाद दे विच पेश आया कि उहदे विच 18 बंदे जिहड़े ने एक ही घर दे ते आस्ता आस्ता जान दी बाजी हार जाते ने। ਉਹ ਦਰਿਆਏ ਸਵਾਦ ਦੇ ਵਿੱਚ ਫਸ ਜਾਂਦੇ ਨੇ। ਸੈਲਾਬੀ ਰੇਲਾ ਆਂਦਾ ਉਹਨਾਂ ਨੂੰ ਇੱਕ ਇੱਕ ਕਰਕੇ ਬਹਾ ਕੇ ਲੈ ਜਾਂਦਾ। ਤੇ ਇਹ ਵਾਕਿਆ ਜਿਹੜਾ ਕੱਲ 27 ਜੂਨ ਨੂੰ ਸਵੇਰ 8 ਵਜੇ ਪੇਸ਼ ਆਇਆ। ਇਸ ਵਾਕਿਏ ਦੇ ਵਿੱਚ ਇੱਕ ਡਸਕਾ ਦੀ ਫੈਮਿਲੀ ਆ, ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਸੀ ਮੋਹਸਨ। ਮੋਹਸਨ ਆਪਣੀ ਬੀਵੀ ਨੂੰ ਔਰ 4 ਬੇਟੀਆਂ ਔਰ ਸੱਸ ਨੂੰ ਤੇ ਸਹੁਰੇ ਨੂੰ ਤੇ ਨਾਲ ਆਪਣੇ ਹਮਜ਼ੁਲਫ ਤੇ ਉਹਦੇ ਬੱਚਿਆਂ ਨੂੰ ਲੈ ਕੇ ਤੇ ਗਰਮੀ ਦੀ ਸ਼ਿੱਦਤ ਅੱਜ ਕੱਲ ਬਹੁਤ ਆ, ਉਹਨੂੰ ਘੱਟ ਕਰਨ ਵਾਸਤੇ ਸੈਰ ਤੇ ਜਾਂਦੇ ਨੇ ਵੀ ਚਲੋ ਯਾਰ ਕਾਗਾਨ ਨਾਰਾਨ ਇੱਧਰ ਜਿਹੜੇ ਠੰਡੇ ਇਲਾਕੇ ਨੇ ਜ਼ਰਾ ਫੇਰ ਆਈਏ। ਤੇ ਇਹ ਸਿਆਲਕੋਟ ਦੇ ਦੱਸਦੇ ਨੇ ਰਹਿਣ ਵਾਲੇ ਸੀ, ਡਸਕਾ ਦੇ ਇਲਾਕੇ ਦੇ ਵਿੱਚ। ਤੇ ਔਰ ਇਹ ਜਿਸ ਵੇਲੇ ਇਥੋਂ ਨਿਕਲਦੇ ਨੇ ਸਵੇਰ 8 ਵਜੇ ਇਹ ਮੈਂਗੋਰਾ ਬਾਈਪਾਸ ਦੇ ਕੋਲੇ ਵਾਕਿਆ ਪੇਸ਼ ਹੈ। ਉੱਥੇ ਪਹੁੰਚਦੇ ਨੇ, ਉੱਥੇ ਹੋਟਲ ਤੇ ਇੱਕ ਨਾਸ਼ਤਾ ਵਗੈਰਾ ਕਰਦੇ ਨੇ। ਨਾਸ਼ਤਾ ਵਗੈਰਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹ ਦਰਿਆ ਦੇ ਵਿੱਚ ਚਲੇ ਜਾਂਦੇ ਨੇ। ਇੱਕ ਖੁਸ਼ਕ ਜਗ੍ਹਾ ਹੁੰਦੀ ਆ ਉੱਧਰਲੀ ਸਾਈਡ ਨੂੰ ਸੈਰ ਸਪਾਟਾ ਸੈਲਫੀਆਂ ਬਣਾਉਣ ਵਾਸਤੇ। ਤੇ ਜਿਸ ਵੇਲੇ ਉੱਥੇ ਜਾਂਦੇ ਨੇ ਤੇ ਵੇਖਦੇ ਵੇਖਦਿਆਂ ਸਾਈਡਾਂ ਦੇ ਉਤੋਂ ਇੱਕ ਸਲਾਬ ਦਾ ਐਸਾ ਤੇਜ਼ ਰੇਲਾ ਆਂਦਾ ਕਿ ਉਹ ਜਿਹੜੀ ਖੁਸ਼ਕ ਜਗ੍ਹਾ ਸੀ ਸਾਈਡਾਂ ਤੇ ਸਾਰਾ ਪਾਣੀ ਆ ਗਿਆ। ਜਿਸ ਵੇਲੇ ਪਾਣੀ ਆ ਗਿਆ ਇਹਨਾਂ ਨੇ ਇੱਕ ਨਾ ਟਿੱਬਾ ਜਿਹਾ ਦੇਖ ਕੇ ਉਹਦੇ ਉੱਤੇ ਚੜ ਗਏ ਸਾਰੇ ਦੌੜ ਕੇ ਵੀ ਚਲੋ ਯਾਰ ਸਲਾਬੀ ਰੇਲਾ ਆ ਗਿਆ, ਸਾਨੂੰ ਇਹ ਵਹਾ ਕੇ ਲੈ ਜਾਏਗਾ। ਉਹ ਟਿੱਬੇ ਯਾਨੀ ਟੀਲੇ ਵਗੈਰਾ ਤੇ ਚੜ ਗਏ, ਉੱਤੇ ਚੜ ਕੇ ਤੇ ਉੱਥੇ ਖੜੇ ਹੋ ਗਏ। ਤੇ ਲੇਕਿਨ ਉਹ ਸਲਾਬ ਦਾ ਬਹਾਓ ਰੇਲਾ ਜਿਹੜਾ ਸੀ ਇੰਨਾ ਤੇਜ਼ ਸੀ, ਯਕੀਨ ਕਰੋ ਕਿ ਉਹ ਆਸਤਾ ਆਸਤਾ ਖੁਰਦਾ ਗਿਆ। ਔਰ ਤੁਸੀਂ ਇਹ ਵੀਡੀਓ ਦੇ ਵਿੱਚ ਵੇਖੋ ਕਿ ਲੋਕ ਜਿਹੜੇ ਨੇ ਉੱਥੇ 18 ਅਫਰਾਦ ਸੀ ਉਹ ਇੱਕ ਇੱਕ ਕਰਕੇ ਕਿਵੇਂ ਰੁੜਦੇ ਗਏ ਔਰ ਇੱਕ ਦੂਜੇ ਦੀਆਂ ਬਾਹਾਂ ਨੂੰ ਪਕੜਦੇ ਰਹੇ, ਹੱਥਾਂ ਨੂੰ ਪਕੜਦੇ ਰਹੇ। ਲੇਕਿਨ ਆਸਤਾ ਆਸਤਾ ਉਹ ਟਿੱਬੇ ਦਾ ਜਿਹੜਾ ਮਿੱਟੀ ਆ ਨਾ ਟਿੱਬੇ ਦੀ ਖੁਰਦੀ ਗਈ ਔਰ ਜਿਵੇਂ ਜਿਵੇਂ ਖੁਰਦੀ ਗਈ ਮਿੱਟੀ ਉਸ ਟਿੱਬੇ ਦੇ ਉੱਤੇ ਟੀਲੇ ਦੇ ਉੱਤੇ ਜਿੰਨੇ ਬੰਦੇ ਖੜੇ ਸੀ ਆਸਤਾ ਆਸਤਾ ਘੱਟ ਹੁੰਦੇ ਗਏ। ਦੱਸਦੇ ਨੇ ਕਿ 1 ਘੰਟਾ ਜਾਂ 1.25 ਘੰਟਾ ਲੱਗਾ ਹੋਣਾ ਇਸ ਵਾਕਿਏ ਨੂੰ। ਲੋਕ ਉੱਥੇ ਦੇ ਮੁਕਾਮੀ ਜਿਹੜੇ ਸੀ ਖੜੇ ਹੋ ਕੇ ਵੀਡੀਓ ਬਣਾਉਂਦੇ ਰਹੇ, ਵੇਖਦੇ ਰਹੇ, ਲੇਕਿਨ ਕੋਈ ਵੀ ਹਕੂਮਤ ਦਾ ਅਹਿਲਕਾਰ ਰੈਸਕਿਊ 112 ਦਾ ਅਦਾਰਾ ਜਾਂ ਕੋਈ ਹੋਰ ਜ਼ਿੰਮੇਦਾਰ ਅਫਸਰ ਡੀਸੀ ਏਸੀ ਵਗੈਰਾ ਕੋਈ ਵੀ ਮੌਕੇ ਤੇ ਨਾ ਪਹੁੰਚ ਸਕਿਆ। ਹਾਲਾਂਕਿ ਅਗਰ ਉੱਥੇ ਹੈਲੀਕਾਪਟਰ ਵਗੈਰਾ ਭੇਜ ਦਿੰਦੇ 1 ਘੰਟੇ ਦੇ ਵਿੱਚ ਵਿੱਚ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਸੀ। ਇਸ ਸਾਰੇ ਜੋ ਵੀ ਰੈਸਕਿਊ ਦਾ ਪ੍ਰੋਗਰਾਮ ਸੀ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ। ਲੇਕਿਨ ਦੱਸਦੇ ਨੇ ਕਿ ਇਹਦੇ ਵਿੱਚ 9 ਬੰਦਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਮਿਲੀਆਂ। ਜਦੋਂ ਰੈਸਕਿਊ 112 ਦੀ ਇਹ ਗੱਡੀ ਆਈ ਉਹਨਾਂ ਨੇ ਉਸ ਤੋਂ ਬਾਅਦ ਫਿਰ ਪਾਕ ਫੌਜ ਵੀ ਆ ਗਈ ਤੇ 9 ਲਾਸ਼ਾਂ ਮਿਲੀਆਂ ਨੇ। ਬਾਕੀ 4 ਦੀਆਂ ਲਾਸ਼ਾਂ ਜਿਹੜੀਆਂ ਉਹ ਨਹੀਂ ਮਿਲੀਆਂ। ਜਿਹੜਾ ਡਸਕਾ ਤੋਂ ਤਲਕ ਰੱਖਣੇ ਵਾਲਾ ਸਰਬਰਾ ਮੋਹਸਨ ਸੀ ਉਹਦੀਆਂ ਇਸ ਵਾਕਿਏ ਦੇ ਵਿੱਚ 4 ਬੇਟੀਆਂ ਸੀ। ਜਿਹੜੀ ਸਭ ਤੋਂ ਬੜੀ ਬੇਟੀ ਸੀ ਮੀਰਬ, ਉਹਦੀ ਉਮਰ 17 ਸਾਲ ਸੀ ਔਰ ਸੈਕੰਡ ਈਅਰ ਦੀ ਉਹ ਤਾਲਬ ਇਲਮ ਸੀ। ਦੂਸਰੀ ਬੇਟੀ ਦਾ ਨਾਮ ਅਜਵਾ ਸੀ ਜਿਹਦੀ ਉਮਰ 15 ਸਾਲ ਸੀ ਤੇ ਮੈਟ੍ਰਿਕ ਦੀ ਉਹ ਸਟੂਡੈਂਟ ਸੀ। ਤੀਸਰੀ ਬੇਟੀ ਸ਼ਾਲ ਸੀ ਜਿਹੜੀ 7ਵੀਂ ਦੀ ਸਟੂਡੈਂਟ ਸੀ। ਚੌਥੀ ਬੇਟੀ ਦਾ ਨਾਮ ਇਨਫਾਲ ਸੀ ਜਿਹੜੀ ਤੀਸਰੀ ਕਲਾਸ ਦੀ ਸਟੂਡੈਂਟ ਸੀ ਔਰ 7 ਸਾਲ ਉਹਦੀ ਉਮਰ ਸੀ। ਇਸ ਤਰ੍ਹਾਂ ਇਸ ਖਾਨਦਾਨ ਦੇ ਸਾਰੇ ਲੋਕ ਜਿਹੜੇ ਨੇ ਇੱਕ ਇੱਕ ਕਰਕੇ ਪਾਣੀ ਦੇ ਵਿੱਚ ਉਸ ਸੈਲਾਬੀ ਰੇਲੇ ਦੇ ਵਿੱਚ ਬਹਿ ਗਏ ਔਰ ਉਹ ਰੇਲਾ ਜਿਹੜਾ ਸੀ ਇੱਕ ਇੱਕ ਨੂੰ ਲੈਂਦਾ ਗਿਆ
ਤੇ ਸਾਹਮਣੇ ਸਾਰੇ ਇੱਕ ਦੂਜੇ ਨੂੰ ਰੁੜਦਿਆਂ ਹੋਇਆਂ ਵੇਖਦੇ ਨੇ, ਇੱਕ ਦੂਜੇ ਦਾ ਬਾਜ਼ੂ ਪਕੜਦੇ ਨੇ, ਲੇਕਿਨ ਬਚਾ ਨਹੀਂ ਸਕਦੇ ਕਿਉਂਕਿ ਉਹ ਸ਼ਰਾਬ ਦਾ ਰੇਲਾ ਇੰਨਾ ਤੇਜ਼ ਸੀ ਕਿ ਉਹ ਆਸਤਾ ਆਸਤਾ ਖੁਰਦਾ ਗਿਆ। ਜਿਵੇਂ ਜਿਵੇਂ ਉਹ ਖੁਰਦਾ ਗਿਆ ਤੇ ਸਾਰਿਆਂ ਨੂੰ ਆਸਤਾ ਆਸਤਾ ਆਪਣੇ ਨਾਲ ਲੈ ਕੇ ਜਾਂਦਾ ਗਿਆ ਰਿਹਾ। ਔਰ ਪਾਣੀ ਦੇ ਸਲਾਬੀ ਰੇਲੇ ਦੇ ਵਿੱਚ ਜਿੰਨੇ ਵੀ ਫੌਤ ਹੋਏ ਨੇ, ਹੁਣ ਹਕੂਮਤ KPK ਨੇ ਐਲਾਨ ਕੀਤਾ ਕਿ 10-10 ਲੱਖ ਰੁਪਈਆ ਹਰ ਫਰਦ ਨੂੰ ਦਿੱਤਾ ਜਾਏਗਾ। ਬਈ 10-10 ਲੱਖ ਰੁਪਈਆ ਦੇਣ ਦਾ ਕੀ ਫਾਇਦਾ? ਤੁਸੀਂ ਪਹਿਲਾਂ ਇੰਤਜ਼ਾਮਾਤ ਕਿਉਂ ਨਹੀਂ ਕੀਤੇ? ਤੁਸੀਂ ਦੇਖੋ ਪੰਜਾਬ ਦੇ ਵਿੱਚ, ਆ ਫੈਸਲਾਬਾਦ ਦੇ ਵਿੱਚ ਮੈਂ ਵੇਖਿਆ ਜਦੋਂ ਮੌਨਸੂਨ ਬਾਰਿਸ਼ਾਂ ਦਾ ਟਾਈਮ ਸ਼ੁਰੂ ਹੁੰਦਾ ਤੇ ਇੱਥੇ ਉਹ ਕੈਂਪ ਜੇ ਲੱਗ ਜਾਂਦੇ ਨੇ, ਐਮਰਜੈਂਸੀ ਪੰਪ ਲੱਗ ਜਾਂਦੇ ਨੇ ਕੋਈ ਪਾਣੀ ਕੱਢਣ ਵਾਸਤੇ। ਤੇ ਇਸ ਤਰ੍ਹਾਂ KPK ਦੀ ਹਕੂਮਤ ਨੂੰ ਵੀ ਚਾਹੀਦਾ ਸੀ ਕਿ ਜਦੋਂ ਪਤਾ ਸਲਾਬ ਦਾ ਮੌਸਮ ਆ, ਸਲਾਬ ਆ ਸਕਦਾ, ਤੇ ਸਭ ਤੋਂ ਪਹਿਲਾਂ ਤਾਂ ਉੱਥੇ ਤੁਸੀਂ ਜਿੰਨੇ ਵੀ ਲੋਕ ਸੈਰ ਸਪਾਟੇ ਵਾਸਤੇ ਆਉਂਦੇ ਨੇ ਉਹਨਾਂ ਨੂੰ ਉੱਥੇ ਨਹੀਂ ਜਾਣਾ ਦੇਣਾ ਚਾਹੀਦਾ। ਤੇ ਅਗਰ ਗਏ ਵੀ ਨੇ, ਦਫਾ 144 ਦੱਸਦੇ ਨੇ DC ਵਗੈਰਾ ਨੇ ਲਾਈ ਆ, ਲੇਕਿਨ ਇਹ ਲੋਕ ਫਿਰ ਕਿਵੇਂ ਚੱਲ ਗਏ? ਉੱਥੇ ਕੋਈ ਹਕੂਮਤ ਅਹਿਲਕਾਰ ਮੌਜੂਦ ਨਹੀਂ ਸੀ ਜਿਹੜਾ ਇਹਨਾਂ ਨੂੰ ਮਨਾ ਕਰਦਾ ਉੱਥੋਂ ਜਾਣ ਤੋਂ। ਹੁਣ ਦੱਸਦੇ ਨੇ ਕਿ DC ਨੂੰ, AC ਨੂੰ, ਰੈਸਕਿਊ 112 ਵਾਲੇ ਜਿਹੜਾ ਇੰਚਾਰਜ ਉਹਨੂੰ ਮੁਅੱਤਲ ਕਰ ਦਿੱਤਾ, ਸਾਰੀ ਕਾਰਵਾਈ ਪਾਤੀ, ਲੇਕਿਨ ਜਿਹੜੀਆਂ ਜਾਨਾਂ ਜ਼ਾਇਆ ਹੋ ਗਈਆਂ, ਇਸ ਦੁਨੀਆ ਜਹਾਨ ਤੋਂ ਟੁਰ ਗਏ ਨੇ, ਉਹਨਾਂ ਵਿਚਾਰਿਆਂ ਦਾ, ਘਰਦਿਆਂ ਦਾ ਕੀ ਹਾਲ ਹੋਏਗਾ? ਤੁਸੀਂ ਦੇਖੋ ਕਿ ਉੱਥੇ ਜਿਹੜੇ ਮੁਕਾਮੀ ਲੋਕ ਸੀ ਉਹ ਦੇਖਦੇ ਨੇ ਕਿ ਇਹ ਕਿਆਮਤ ਦਾ ਮੰਜ਼ਰ ਸੀ ਔਰ ਉਹ ਵੀਡੀਓ ਬਣਾਉਂਦੇ ਰਹੇ। ਅੱਲਾਹ ਤਾਲਾ ਇਹ ਜੀ ਮੌਤ ਤੋਂ ਬਚਾਏ ਜਿਹੜੀ ਪਾਣੀ ਦੇ ਵਿੱਚ ਰੁੜ ਕੇ ਮਰੇ। ਪਤਾ ਨਹੀਂ ਉਹਨਾਂ ਵਿਚਾਰਿਆਂ ਦੀ ਕਿੱਦਾਂ ਜਾਨ ਨਿਕਲੀ ਹੋਣੀ ਆ, ਪਾਣੀ ਪੇਟ 'ਚ ਗਿਆ ਹੋਏਗਾ, ਸਾਹ ਬੰਦ ਹੋਇਆ ਹੋਏਗਾ। ਔਰ ਉਹ ਰਿਸ਼ਤੇਦਾਰ ਇੱਕ ਦੂਜੇ ਨੂੰ ਪੁਕਾਰਦੇ ਰਹੇ, ਦੇਖਦੇ ਰਹੇ। ਦੱਸਦੇ ਨੇ ਕਿ ਇੱਕ ਬੰਦਾ ਉਹਦੇ ਚੋਂ ਤੈਰਨਾ ਵੀ ਜਾਣਦਾ ਸੀ, ਲੇਕਿਨ ਬਾਕੀ ਬੰਦਿਆਂ ਨੂੰ ਤੈਰਨਾ ਨਹੀਂ ਸੀ ਆਉਂਦਾ, ਤਰ ਨਹੀਂ ਸੀ ਸਕਦੇ। ਉਹ ਜਿਹੜਾ ਬੰਦਾ ਤਰ ਸਕਦਾ ਸੀ ਉਹ ਆਪਣੀ ਜਾਨ ਬਚਾ ਸਕਦਾ ਸੀ, ਲੇਕਿਨ ਉਹ ਆਪਣੇ ਬੱਚਿਆਂ ਨੂੰ ਵੇਖ ਕੇ, ਬੀਵੀ ਨੂੰ ਵੇਖ ਕੇ ਉਹਨੇ ਵੀ ਛਲਾਂਗ ਨਹੀਂ ਲਗਾਈ, ਉਹ ਵੀ ਨਾਲ ਹੀ ਵਿਚਾਰਾ ਰੁੜ ਗਿਆ ਇਸ ਸਲਾਬੀ ਰੇਲੇ ਦੇ ਵਿੱਚ। अल्लाह ताला सब पे रहमत फरमाए, अल्लाह ताला सब अपने हिफ्ज़ो मान रखे। अस्सलामु अलैकुम व रहमतुल्लाहि व बरकातहू।